कि तू इंज मेरी बीवी नूं डराई। फिर मैं इनू हौसला भी दिता है, तो यकीन करो कि मेरे अथरू ना रुकण, मेरे को इनू समझाया ना जाए। तो मैं इनू कहा, मैं कहा यार गल सुन, तेनू किन्ने बनाया? अल्लाह ने। मैं कहा तेनू मौत किन्ने देनी? मैं कहा अल्लाह ने। और मैं कहा यार ये डॉक्टर झूठ बोलते हैं, मैं मरना हो तो 7 साल च मर जाऊँ। अस्सलाम वालेकुम नाजरीन, मैं हूं आपका होस्ट शहबाज सरवर और आप देख रहे हैं दुनिया है साफ़त की। नाजरीन, हम इस वक्त जिस इंसान के साथ मौजूद हैं ये थिएटर की दुनिया के, स्टेज की दुनिया के एक बड़े मशहूर आर्टिस्ट थे। नाम इनका है इमरान ख़ान। वैसे तो ये किसी तारुफ के मोहताज नहीं है, लेकिन स्टेज पे इनका नाम मशहूर था इमरान रंगीला। और इमरान रंगीला साहब एक बहुत अच्छे कलाकार थे। आजकल इनकी तबीयत बहुत नासाज है और माली हालात भी जो हैं काफ़ी ख़राब हो चुके हैं, जिनकी वजह से काम भी नहीं है। और बाकी जिस तरह से ज़िंदगी का गुज़र बसर कर रहे हैं, इनकी कहानी, इनकी ज़बानी हम सुनते हैं। नाज़रीन अस्सलाम वालेकुम। जी वालेकुम अस्सलाम, औज़ु बिल्लाहि मिनश शैतानिर रजीम, बिस्मिल्लाहिर रहमानिर रहीम। शहबाज भाई तुहाडा की हाल है? शुक्र अल्लाह दा, तुसी दसो सर, ठीक ठाक हो? हाँ, अल्लाह दी बड़ी रहमत है, अल्लाह दा बड़ा एहसान है। तो बस तबीयत खराब हो जाना कोई वड्डी गल नहीं। मैं वेख्या ਤੁਹਾਨੂੰ ਜਦੋਂ ਮੈਂ ਆਇਆ, ਤੁਹਾਨੂੰ ਸਲਾਮ ਦੁਆ ਹੋਈ ਤੇ ਤੁਹਾਡੀ ਤਬੀਅਤ ਮੈਨੂੰ ਨਸਾਜ਼ ਮਾਲੂਮ ਹੋਈ ਹੈ। ਤੇ ਕੀ ਤਬੀਅਤ ਦੇ ਕੀ ਹਾਲਾਤ ਨੇ ਅੱਜਕੱਲ? ਉਹਦੀ ਇੱਕ ਵਜ੍ਹਾ ਹੈ ਕਿ ਮੇਰੇ ਫੇਫੜੇ ਜਿਹੜੇ ਨੇ ਨਾ ਉਹ ਅੱਧੇ ਖਤਮ ਹੋ ਚੁੱਕੇ ਨੇ। ਪਿਛਲੀ ਸਰਦੀਆਂ 'ਚ ਮੈਨੂੰ ਅਟੈਕ ਵੀ ਹੋਇਆ ਦਿਲ ਦਾ, ਤੇ ਹੁਣ ਫੇਰ ਸਰਦੀ ਆ ਗਈ ਹੈ ਤੇ ਹੁਣ ਫੇਰ ਉਹੋ ਹੀ ਮੇਰੀ ਹਾਲਤ ਹੁੰਦੀ ਜਾ ਰਹੀ ਹੈ ਅਟੈਕ ਨੂੰਮਾ। ਤੇ ਦੁਆ ਕਰੋ ਕਿ ਅੱਲਾਹ ਪਾਕ ਨਾ ਹੀ ਕਰਾਵੇ ਅਟੈਕ, ਕਿਉਂਕਿ ਮੇਰੇ ਛੋਟੇ ਛੋਟੇ ਬੱਚੇ ਨੇ। ਤੇ ਇਸ ਪਾਕਿਸਤਾਨ ਦੇ ਵਿੱਚ ਬੜੇ ਬੜੇ ਮਾਂ ਨੇ ਪੁੱਤਰ ਜੰਮੇ ਨੇ, ਬਾਹਰ ਦੇ ਮੁਲਕਾਂ 'ਚ ਵੀ ਨੇ। ਤੇ ਇਸ ਤੋਂ ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਮੇਰੇ ਬੜੇ ਪਿਆਰੇ, ਮੇਰੇ ਬਹੁਤ ਹੀ ਪਿਆਰ ਕਰਨ ਵਾਲੇ ਇੱਕ ਜ਼ੁਬੈਰ ਸਾਹਿਬ ਨੇ, ਉਹਨਾਂ ਦਾ ਟੀਵੀ ਚੈਨਲ ਹੈ। ਇੱਕ ਟਾਈਮ ਸੀ ਅੱਜ ਤੋਂ ਮਹੀਨਾ ਪਹਿਲੇ, 10 ਦਿਨ ਪਹਿਲੇ ਲਾ ਲਓ, ਮੈਂ ਉਹਨਾਂ ਨੂੰ ਸੜਕ 'ਤੇ ਮਿਲਿਆ। ਸੜਕ 'ਤੇ ਮਿਲਿਆ ਇਸ ਹਾਲਤ 'ਚ ਮਿਲਿਆ ਕਿ ਬਿਸਕਿਟ ਮਾਸ ਮੈਂ ਵੇਚ ਰਿਹਾ ਸਾਂ, ਮੇਰੇ ਬੱਚੇ ਵੀ ਨਾਲ ਸਨ। ਤੇ ਉਹਨਾਂ ਨੇ ਮੇਰੀ ਵੀਡੀਓ ਬਣਾਈ ਹੈ, ਚਲਾਈ ਹੈ, ਮੇਰਾ ਨੰਬਰ ਦਿੱਤਾ ਹੈ। ਔਰ ਅਲਹਮਦੁਲਿਲਾ ਉਸ ਭਾ ਦੀ ਕੰਡ ਸੁਣਦੀ ਉਹਨੇ 1 ਰੁਪਈਆ ਵੀ ਨਹੀਂ ਲਿਆ ਕਿਸੇ ਕੋਲ, ਨਾ ਮੇਰੇ ਕੋਲੋਂ। ਫੀਸ ਵੀ ਲੀਲਾ ਕੰਮ ਕੀਤਾ ਹੈ, ਤੁਹਾਡੇ ਅੰਗਰ ਪਿਆਰੇ ਨੇ। ਅੱਜ ਮੇਰੇ ਹਾਲਾਤ ਕੁਛ ਬਿਹਤਰ ਹੋਏ ਨੇ, ਠੀਕ ਹੈ। ਮੈਨੂੰ ਕਾਲਾ ਜਰਕਾਨ ਵੀ ਹੈ, ਹੈਪੇਟਾਈਟਸ B, ਹੈਪੇਟਾਈਟਸ C 20% ਵੱਧ ਗਿਆ ਹੈ। ਔਰ ਇਸ ਨਾਲ ਵੀ ਮਰਜ਼ਾਂ ਵਧੀਆਂ ਨੇ, ਛੋਟੇ ਛੋਟੇ ਬੱਚੇ ਨੇ, ਇਲਾਜ ਮਹਿੰਗਾ ਹੈ, ਮੈਂ ਅਫੋਰਡ ਨਹੀਂ ਕਰ ਸਕਦਾ। ਤੇ ਬਾਕੀ ਬਾਹਰ ਦੇ ਮੁਲਕਾਂ 'ਚ ਮੈਨੂੰ ਜਿੰਨੀ ਕਿਸੇ ਦੀ ਕੋਈ ਪਸਲੀ ਹੈ, ਕੋਈ ਗੁੰਜਾਇਸ਼ ਹੈ, ਮੇਰੀ ਹੈਲਪ ਹੋਈ ਹੈ। ਲੇਕਿਨ ਉਹ ਮੇਰੇ ਕੁਛ ਇਲਾਜ 'ਤੇ ਲੱਗ ਰਹੇ ਨੇ, ਕੁਛ ਮੇਰੇ ਘਰ ਦਾ ਕਿਰਾਇਆ, ਕੁਛ ਮੇਰੇ ਬੱਚਿਆਂ ਦੇ ਕੱਪੜੇ, ਕੋਈ ਰੋਟੀ ਦਾ ਸਿਲਸਿਲਾ। ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ, ਜਿਹੜੇ ਮੇਰੇ ਭਰਾ ਬਾਹਰ ਦੇ ਮੁਲਕਾਂ 'ਚ ਬੈਠੇ ਨੇ ਤੇ ਜਿਹੜੇ ਇਸ ਪਾਕਿਸਤਾਨ 'ਚ ਵੀ ਨੇ। ਔਰ ਮਜ਼ੇ ਦੀ ਗੱਲ ਇਹ ਵੇ ਕਿ ਇਨਸਾਨ ਅਗਰ ਅੱਲਾਹ 'ਤੇ ਆਸ ਰੱਖ ਕੇ ਟੁਰੇ ਤੇ ਉਹਨੂੰ ਕਦੀ ਹਾਰ ਨਹੀਂ ਹੁੰਦੀ। ਮੈਂ ਜ਼ੁਬੈਰ ਸਾਹਿਬ ਨੂੰ ਵੀ ਇਹੋ ਗੱਲ ਕਹੀ ਸੀ ਕਿ ਨੰਬਰ 1 ਮੇਰੇ ਅੱਲਾਹ ਦੀ ਜ਼ਾਤ, ਜਿਹੜੀ ਹਰ ਇਨਸਾਨ ਨੂੰ ਦਿੰਦੀ, ਪਰ ਇਨਸਾਨ ਨਾ ਸ਼ੁਕਰ ਹੈ। ਸ਼ਹਬਾਜ਼ ਸਾਹਿਬ ਮੇਰੀ ਬੀਵੀ ਅਲਹਮਦੁਲਿਲਾ ਹੁਣ ਘਰ ਬੈਠੇਗੀ। ਉਸ ਜ਼ੁਬੈਰ ਭਰਾ ਨੇ ਇਸ ਕਦਰ ਮੇਰਾ ਕੰਮ ਕਰ ਛੜਿਆ। ਲੇਕਿਨ ਮੇਰੀ ਇੱਕ ਸੋਚ ਹੈਗੀ ਹੈ ਕਿ ਮੇਰੇ ਮੂੰਹ 'ਤੇ ਕਫਨ ਆਉਣ ਤੋਂ ਪਹਿਲੇ ਮੈਂ ਇਹਨਾਂ ਨੂੰ ਕੋਈ 1.5-2 ਮਰਲੇ ਦਾ ਘਰ ਬਣਾ ਦਿਆਂ। ਉਹ ਜੱਲੋ ਮੋੜ ਵਾਲੀ ਸਾਈਡ 'ਤੇ ਛਾਪਾ ਪਿੰਡ ਹੈ, ਉੱਥੇ ਮੈਂ ਵੇਖ ਕੇ ਆਇਆ। ਤਬੀਅਤ ਹੋਰ ਖ਼ਰਾਬ ਹੋਣ ਦੇ ਬਾਵਜੂਦ ਮੈਨੂੰ ਆਪਣੇ ਇਲਾਜ ਨਾਲੋਂ ਜ਼ਰੂਰੀ ਹੈ ਮੇਰੀ ਬੱਚਿਆਂ ਦੀ ਛੱਤ। 4-5 ਲੱਖ ਰੁਪਏ ਦਾ ਉੱਥੇ 2-3 ਮਰਲੇ ਦਾ ਪਲਾਟ ਆ ਜਾਂਦਾ ਹੈ, ਰਜਿਸਟਰੀ ਸ਼ੁਦਾ ਹੈ। ਅਗਰ ਕੋਈ ਵਿਜ਼ਿਟ ਕਰਨਾ ਚਾਹੇ, ਵੇਖਣਾ ਚਾਹੇ ਤਾਂ ਵੇਖ ਸਕਦਾ ਹੈ। ਅਤੇ ਮਕਸਦ ਗੱਲ ਕਰਨ ਦੇ ਕਿ 5-6 ਲੱਖ ਰੁਪਏ 'ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਹੈ, ਇਹਨਾਂ ਦੀ ਛੱਤ ਬਣ ਜਾਏਗੀ। ਔਰ ਜਿਹੜਾ ਵੀ ਭਰਾ ਮੇਰੇ ਬੱਚਿਆਂ ਦੀ ਹੈਲਪ ਕਰੇਗਾ ਤੇ ਅੱਲਾਹ ਪਾਕ ਉਹਨਾਂ ਨੂੰ ਝੋਲੀਆਂ ਭਰ ਕੇ ਦੇਗਾ। ਜਦੋਂ ਤੱਕ ਇਹ ਛੱਤ ਥੱਲੇ ਰਹਿਣਗੇ ਉਦੋਂ ਤੱਕ ਅੱਲਾਹ ਪਾਕ ਉਹਨਾਂ ਨੂੰ ਜੰਨਤ ਐਸੀ ਅਤਾ ਕਰੇਗਾ ਕਿ ਮੈਂ ਤਾਂ ਦੁਆਵਾਂ ਹੀ ਦਿਆਂਗਾ, ਮੇਰੇ ਬੱਚੇ ਵੀ। ਇਮਰਾਨ ਸਾਹਿਬ, ਤੁਸੀਂ ਬੜੇ ਸਟੇਜ 'ਤੇ ਤੁਹਾਡਾ ਬੜਾ ਨਾਂ ਹੈਗਾ ਸੀ, ਬੜਾ ਤੁਸੀਂ ਕੰਮ ਤੁਹਾਡਾ ਹੈਗਾ ਸੀ, ਤੁਸੀਂ ਮਾਸ਼ਾਅੱਲਾ ਬੜੇ ਅੱਛੇ ਨਾਮਵਰ ਮਸ਼ਹੂਰ ਫਨਕਾਰ ਰਹੇ ਹੋ। ਤੇ ਇਹ ਸਫ਼ਰ ਸਟੇਜ ਦਾ ਸ਼ੁਰੂ ਕਿਸ ਤਰੀਕੇ ਨਾਲ ਸਫ਼ਰ ਸ਼ੁਰੂ ਹੋਇਆ ਸੀ ਸਟੇਜ ਦਾ ਜਿਹੜਾ ਹੈਗਾ ਸੀ? ਬੜੀ ਅੱਛੀ ਗੱਲ ਕਹੀ ਸ਼ਹਬਾਜ਼ ਸਾਹਿਬ ਤੁਸੀਂ। ਇੱਕ ਇਨਸਾਨ ਦੇ ਅੰਦਰ ਫਨਕਾਰ ਹੁੰਦਾ ਹੈ ਪਤੈਸ਼ੀ, ਤੇ ਮੇਰੇ ਅੰਦਰ ਫਨਕਾਰ ਪਤੈਸ਼ੀ ਹੈ। ਜਿਸ ਤਰ੍ਹਾਂ ਕਿ ਸਾਡੇ ਵੱਡੇ ਅੱਲਾਹ ਤਾਲਾ ਜੰਨਤ ਨਸੀਬ ਕਰੇ, ਅਮਾਨੁੱਲਾ ਸਾਹਿਬ, ਕਿੰਗ ਸ਼ੌਕੀ ਖਾਨ ਸਾਹਿਬ,
ਉਹਨਾਂ ਦਾ ਮੈਂ ਫੈਨ ਵੀ ਹਾਂ, ਉਹ ਮੇਰੇ ਰੂਹਾਨੀ ਉਸਤਾਦ ਵੀ ਨੇ ਔਰ ਮੈਂ ਕਾਪੀ ਹੀ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹ ਨੇ ਮੈਂ ਹੀ ਹਾਂ, ਠੀਕ ਹੈ। ਉਹ ਵੱਡੇ ਨੇ, ਮੈਂ ਉਹਨਾਂ ਦੇ ਪੈਰਾਂ ਦੀ ਮਿੱਟੀ ਨਹੀਂ, ਠੀਕ ਹੈ। ਸ਼ੌਕ ਪਿਆ ਉਹਨਾਂ ਦੀ ਕੇਸਟਾਂ ਸੁਣ ਕੇ। ਕਰਾਊਨ ਥੀਏਟਰ ਕਦੀ ਹੁੰਦਾ ਸੀ, ਉੱਥੇ ਥੀਏਟਰ ਸੀ, ਹੁਣ ਸ਼ਾਦੀ ਹਾਲ ਬਣ ਗਿਆ। ਉੱਥੇ ਮੈਂ ਗਿਆ, ਛੋਟੀ ਛੋਟੀ ਐਂਟਰੀਆਂ ਕੀਤੀਆਂ ਨੇ, ਅਤੇ ਭਾਜੀ ਗੱਲ ਇਹ ਵੇ ਕਿਸੇ ਨੇ ਅੱਗੇ ਨਹੀਂ ਲਿਆਂਦਾ। ਅਖੀਰ ਫਿਰ ਬਿਮਾਰੀਆਂ ਵੀ ਮੁਤਲਾ ਹੋ ਗਿਆ ਵਾ। ਸ਼ੁਰੂ ਤੋਂ ਗਰੀਬੀ ਸੀ ਸਾਡੇ ਘਰ, ਠੀਕ ਹੈ। ਵਾਲਦਾ ਮੇਰੀ ਉਹਨੇ ਸਾਨੂੰ ਭਾਂਡੇ ਮਾਂਜ ਕੇ ਲੋਕਾਂ ਦੇ ਪਾਲਿਆ। ਅੰਦਰ ਦਾ ਐਕਟਰ ਨਹੀਂ ਮਰਿਆ, ਐਕਟਰ ਜ਼ਿੰਦਾ ਰਿਹਾ, ਲੇਕਿਨ ਕੁਝ ਬਿਮਾਰੀਆਂ ਇਸ ਕਦਰ ਆ ਗਈਆਂ, TB ਹੋ ਗਈ, ਖੂਨ ਦੀ ਉਲਟੀਆਂ ਆ ਗਈਆਂ, ਮਾਂ ਦੀ ਵੀ ਟੈਨਸ਼ਨ। ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਕਿ ਅੱਲਾਹ ਪਾਕ ਹਰ ਬੰਦੇ ਨੂੰ ਆਪਣੀ ਮਾਂ ਤੋਂ ਕੁਰਬਾਨ ਹੋਣ ਦੀ ਤੌਫੀਕ ਦੇਵੇ। ਇਮਰਾਨ ਸਾਹਿਬ ਤੁਹਾਡੇ ਵਾਲਦੈਨ ਮਾਸ਼ਾਅੱਲਾ ਹਯਾਤ ਨੇ? ਅਲਹਮਦੁਲਿਲਾ, ਮੇਰੀ ਮਾਂ ਵੀ ਹੈ, ਮੇਰੇ ਵਾਲਿਦ ਸਾਹਿਬ ਵੀ ਹੈ ਨੇ। ਅੱਲਾਹ ਪਾਕ ਉਹਨਾਂ ਦੀ ਜ਼ਿੰਦਗੀ ਕਰੇ। ਅਗਰ ਅੱਜ ਮੇਰੇ ਹਾਲਾਤ ਬਿਹਤਰ ਨੇ, ਕੁਛ ਹਾਲਾਤ ਬਿਹਤਰ ਨੇ, ਮੈਂ ਨਾ ਸ਼ੁਕਰਾ ਨਹੀਂ ਬਣਾਂਗਾ, ਮੈਂ ਕਹਾਂਗਾ ਸ਼ੁਕਰ ਅਲਹਮਦੁਲਿਲਾ। ਅੱਲਾਹ ਪਾਕ ਜਿੱਥੇ ਰੱਖੇ ਤੇ ਸ਼ੁਕਰ ਅਦਾ ਕਰਨਾ ਚਾਹੀਦਾ ਹੈ। ਮੇਰੇ ਮਾਂ-ਬਾਪ ਦੀ ਵਜ੍ਹਾ ਤੋਂ ਮੈਨੂੰ ਉਹਨਾਂ ਨੇ ਪੈਦਾ ਕੀਤਾ ਤੇ ਤੁਹਾਡੇ ਵਰਗੇ ਭਰਾਵਾਂ ਨੇ ਮੈਨੂੰ ਕੈਮਰੇ ਅੱਗੇ ਲਿਆਂਦਾ ਤੇ ਮੇਰਾ ਨਾਂ ਹੈ। ਸਟੇਜ 'ਚ ਮੈਨੂੰ ਨਾਂ ਨਹੀਂ ਮਿਲਿਆ, ਤੁਹਾਡੇ ਵਰਗੇ ਭਰਾਵਾਂ ਨੇ ਮੇਰਾ ਨਾਂ ਇੰਨਾ ਕੁ ਬਣਾ ਦਿੱਤਾ ਕਿ ਬਾਹਰ ਦੇ ਮੁਲਕਾਂ 'ਚ ਮੇਰਾ ਨਾਂ, ਔਰ ਲੋਕੀ ਰੋ ਰੋ ਕੇ ਦੁਆਵਾਂ ਕਰਦੇ ਨੇ ਯਾਰ ਮੇਰੇ ਪਿੱਛੇ। ਅੱਲਾਹ ਪਾਕ ਯਾਰ ਤੈਨੂੰ ਤੰਦਰੁਸਤੀ ਦੇਵੇ, ਤੇਰੇ ਛੋਟੇ ਛੋਟੇ ਬੱਚੇ ਨੇ, ਔਰ ਜਿੰਨੀ ਕਿਸੇ ਦੀ ਕੋਈ ਗੁੰਜਾਇਸ਼ ਹੁੰਦੀ ਹੈ ਭਾਜੀ ਮੈਨੂੰ ਅਗਲੇ ਦਿੰਦੇ ਨੇ, ਕਿਉਂਕਿ ਮੈਂ ਆਪਣੀ ਕਵਰ ਭਾਰੀ ਨਹੀਂ ਕਰਨੀ। ਮਜ਼ੀਦ ਮੈਂ ਤੁਹਾਨੂੰ ਅੱਗੇ ਪਿਛਲੇ ਵੀ ਦੱਸਿਆ ਕਿ ਮਜ਼ੀਦ ਮੇਰਾ ਜ਼ਿਹਨ ਹੈ ਇਹ ਕਿ ਮੈਂ ਇਹਨਾਂ ਨੂੰ ਚੱਦ ਦੇਣੀ ਲੈ ਕੇ, ਠੀਕ ਹੋ ਗਿਆ। ਤੇ ਗੱਲ ਰਹੀ ਥੀਏਟਰ ਦੀ, ਅਗਰ ਮੇਰੀ ਜ਼ਿੰਦਗੀ ਰਹੀ ਤੇ ਮੈਂ ਇੱਕ ਫੈਮਿਲੀ ਵਾਲਾ ਫਨਕਾਰ ਹਾਂ, ਮੈਂ ਫੈਮਿਲੀ ਤਰੀਕੇ ਨਾਲ ਕੰਮ ਕਰਾਂਗਾ ਤਾਂ ਕਿ ਜਿਹੜੇ ਲੋਕਾਂ ਨੂੰ ਮੈਂ ਰਵਾਇਆ, ਮੇਰੀ ਖਾਤਰ ਰੋਏ ਨੇ, ਦੁਖੀ ਹੋਏ ਨੇ, ਉਹਨਾਂ ਨੂੰ ਮੈਂ ਹਸਾਵਾਂ। ਹਸਾਣਾ ਇਬਾਦਤ ਹੈ, ਰਵਾਣਾ ਇਬਾਦਤ ਨਹੀਂ। ਤੇ ਯਾਰ ਮੈਨੂੰ ਅਫਸੋਸ ਹੁੰਦਾ ਕਿ ਬਾਹਰ ਦੇ ਮੁਲਕਾਂ 'ਚ ਲੋਕ ਮੇਰੀ ਹੈਲਪ ਕਰਦੇ ਨੇ, ਮੇਰੀ ਸਪੋਰਟਾਂ ਕਰ ਰਹੇ ਨੇ, ਤੇ ਯਾਰ ਇਸ ਪਾਕਿਸਤਾਨ ਦੇ ਵਿੱਚ ਵੀ ਮਾਵਾਂ ਨੇ ਬੱਚੇ ਜੰਮੇ ਨੇ ਜਿਹੜੇ ਜ਼ਿੰਦਾ ਦਿਲ ਲੋਕ ਨੇ, ਲਾਹੌਰ ਜ਼ਿੰਦਾ ਦਿਲ ਲੋਕਾਂ ਦਾ। ਲੇਕਿਨ ਮੈਨੂੰ ਸ਼ੁਕਰ ਅਲਹਮਦੁਲਿਲਾ ਜਿੱਥੇ ਕੋਈ ਲੱਗਾ ਰਵੇ ਯਾਰ। ਇਮਰਾਨ ਸਾਹਿਬ ਜਿਹੜਾ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਹੀ ਤੁਹਾਡੀ ਤਬੀਅਤ ਨਾਸਾਜ਼ ਹੈਗੀ ਹੈ ਤੇ ਜਿਹੜਾ ਤੁਹਾਡਾ ਇਲਾਜ ਮੁਆਲਜਾ ਚੱਲ ਰਿਹਾ ਹੈ, ਇਹਦੇ ਬਾਰੇ ਦੱਸੋ ਸਾਨੂੰ। ਇਹਦੇ ਕੀ ਮਤਲਬ ਇਖਰਾਜਾਤ ਆ ਰਹੇ ਨੇ ਜਾਂ ਕੀ ਤੁਹਾਨੂੰ ਅਦਵਾਇਆਤ ਇਸਤੇਮਾਲ ਕਰਨੀਆਂ ਪੈ ਰਹੀਆਂ ਨੇ? ਯਾਰ ਭਾਸ਼ਵਾਸ ਗੱਲ ਪਤਾ ਕੀ ਹੈ, ਅਗਰ ਕੋਈ ਮੈਨੂੰ 2000 ਈਜ਼ੀ ਕਰਦਾ ਨਾ ਜਾਂ 5000 ਈਜ਼ੀ ਕਰਦਾ ਤੇ ਮੇਰੀ ਹਾਲਤ ਇਸ ਕਦਰ ਹੋ ਗਈ ਹੈ ਕਿ ਡਾਕਟਰ ਜਿਹੜਾ ਮਸ਼ਵਰੇ ਤੇ 2000 ਰੁਪਏ ਲੈ ਲੈਂਦਾ ਪ੍ਰਾਈਵੇਟ, ਤੇ ਸਰਕਾਰੀਆਂ ਦੇ ਵਿੱਚ ਮੇਰੇ 'ਚ ਪਹੁੰਚ ਨਹੀਂ ਕਿ ਮੈਂ ਧੱਕੇ ਖਾਵਾਂ। ਮੈਨੂੰ ਦਮੇ ਦੀ ਸ਼ਿਕਾਇਤ ਹੈ, ਮੈਂ ਇੱਥੋਂ ਪੈਦਲ ਨਹੀਂ ਜਾ ਸਕਦਾ, ਤੁਸੀਂ ਵੇਖਿਆ ਹੋਣਾ, ਠੀਕ ਹੈ। ਤੇ ਭਾਜੀ ਮੈਨੂੰ ਦੱਸੋ ਕਿ ਮੈਂ ਸਰਕਾਰੀ ਦੇ ਵਿੱਚ ਆ ਕੇ ਜਿਹੜਾ ਮੈਂ 2 ਘੰਟੇ 'ਚ ਮਰਨਾ, ਮੈਂ ਅੱਧੇ ਘੰਟੇ 'ਚ ਮਰ ਜਾਣਾ। ਤੇ ਇਹ ਰਿਪੋਰਟਾਂ ਨੇ ਮੇਰੀਆਂ, ਠੀਕ ਹੈ। ਇਹ ਦੇਖੋ, ਇਹ ਉਸ ਦਿਨ ਉਹਨਾਂ ਨੇ ਡਾਕਟਰ ਸਾਹਿਬ ਨੇ ਮੈਨੂੰ ਸਿਰਫ ਮਸ਼ਵਰਾ ਕੀਤਾ ਕਿ ਇਨਹੇਲਰ ਇਸਤੇਮਾਲ ਕਰੋ। ਇਹ ਦਵਾਈਆਂ 7 ਦਿਨ ਦੀਆਂ ਲਿੱਤੀਆਂ ਤੇ ਕਾਊਂਟਰ ਜਾ ਕੇ ਮੈਂ ਪੁੱਛਿਆ, ਕਹਿੰਦੇ ਜੀ 2000 ਰੁਪਇਆ। ਮੈਂ ਉਹਨਾਂ ਦੇ ਹੱਥ ਜੋੜਨੇ, ਯਾਰ ਮੈਂ ਗਰੀਬ ਆਦਮੀ ਹਾਂ, ਐਕਟਰ ਨੂੰ ਤਾਂ ਛੱਡੋ। ਉਹਨੇ ਕਿਹਾ ਭਾਜੀ ਬਾਹਰ ਬੋਰਡ ਪੜੋ ਜਾ ਕੇ, 3500 ਰੁਪਏ ਫੀਸ ਹੈ ਤੇ ਤੁਸੀਂ ਕਹਿੰਦੇ 2000 ਪਾਉਂਦਾ। ਉਹ 2000 ਰੁਪਈਆ ਵੀ ਉਹਨਾਂ ਨੂੰ ਦਿੱਤਾ। ਉਹ ਮੇਰੇ ਭਰਾ, ਅੱਲਾ ਉਹਨਾਂ ਦੀ ਜ਼ਿੰਦਗੀ ਕਰੇ, ਬਾਹਰ ਦੇ ਮੁਲਕ 'ਚ ਉਹਨਾਂ ਮੇਰੀ ਸਪੋਰਟ ਕੀਤੀ, ਕੋਈ 10-15 ਹਜ਼ਾਰ ਮੈਨੂੰ ਦਿੱਤਾ। ਮੈਂ ਕਿਉਂ ਮੁਕਰਾਂ? ਮਕਸਦ ਗੱਲ ਕਰਨ ਦੇ ਕਿ ਜਿਸ ਤਰ੍ਹਾਂ ਲੋਕ ਮੇਰੇ ਨਾਲ ਤਾਵਨ ਕਰ ਰਹੇ ਨੇ, ਮੇਰੇ ਅਖਰਾਜਾਤ, ਮੇਰੀ ਬਿਮਾਰੀ ਇਸ ਕਦਰ ਬਣ ਗਈ ਹੈ ਕਿ ਅੱਲਾਹ ਤਾਲਾ ਇਹ ਜੇ ਪੂਰਾ ਕਰੇ। ਜਿਹੜੇ ਇਮਰਾਨ ਸਾਹਿਬ ਤੁਹਾਡੇ ਨਾਲ ਦੇ ਤੁਹਾਡੇ ਕੋ-ਸਟਾਰ ਦੇ ਹੈਗੇ ਸਨ ਜਾਂ ਜਿਹੜੇ ਤੁਹਾਡੇ ਨਾਲ ਦੇ ਆਰਟਿਸਟ ਹੈਗੇ ਸਨ, ਉਹਨਾਂ ਦਾ ਕੀ ਰਿਸਪੌਂਸ ਹੈ ਤੁਹਾਡੇ ਨਾਲ ਇਸ ਵਕਤ, ਮੌਜੂਦਾ ਵਕਤ 'ਚ? ਵਾਹ ਵਾਹ ਵਾਹ। ਇੱਕ ਅਰੂਜ ਪਰੀ, ਇੱਕ ਬਹੁਤ ਹੀ ਗਰੀਬ, ਉਹ ਗਰੀਬ ਲੋਕਾਂ ਵਾਸਤੇ, ਮੇਰੇ ਵਾਸਤੇ ਨਹੀਂ, ਉਸ ਵਿਚਾਰੀ ਨੇ ਮੈਨੂੰ ਬੁਲਾਇਆ, ਮੈਨੂੰ ਫੋਨ ਕੀਤਾ। ਉਹਨੇ ਕਿਹਾ ਮੈਨੂੰ ਬੜਾ ਦੁੱਖ ਹੋਇਆ, ਅੱਲਾ ਦੀ ਕਸਮ, ਉਹ ਰੋਈ ਹੈ। ਮੈਨੂੰ ਉਹਨੇ ਦਰਿਆ ਵਾਲੇ ਸਾਈਡ 'ਤੇ ਬੁਲਾਇਆ, ਮੇਰਾ ਇੰਟਰਵਿਊ ਕੀਤਾ। ਉਸ ਤੋਂ ਬਾਅਦ ਮੈਨੂੰ ਜਾਣ ਲੱਗਿਆ, ਉਹਨੇ ਕਿਹਾ ਉਸਤਾਦ ਜੀ ਤੁਸੀਂ ਮੇਰੇ ਉਸਤਾਦ ਜੀ, ਤੁਸੀਂ ਇਸ ਮੁਲਕ ਦਾ ਸਾਸਾ ਜੀ, ਅਗਰ ਕੋਈ ਤੁਹਾਡੇ ਨਾਲ ਨਹੀਂ ਨਾ ਟੁੱਟਦਾ ਤਾਂ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਹਾਂ। ਇਹ 2000 ਰੁਪਈਆ ਜੀ, ਇਹ ਤੁਸੀਂ ਨਾ ਦਵਾਈ ਲੈ ਲੈਣਾ, ਤੇ ਕਿਸੇ ਨੂੰ ਨਹੀਂ ਕਹਿਣਾ, ਕਿਸੇ ਨੂੰ ਵੀ ਨਹੀਂ ਕਹਿਣਾ। ਜੇ ਮੈਨੂੰ ਕੈਮਰਾ ਵੀ ਵੇਚਣਾ ਮੈਂ ਵੇਚ ਦਿਆਂਗੀ, ਪਰ ਮੈਂ ਤੁਹਾਡਾ ਇਲਾਜ ਕਰਾਵਾਂਗੀ। ਉਹਦੀ ਅਜ਼ਮਤ ਨੂੰ ਸਲਾਮ ਹੈ, ਉਹ ਮੇਰੀ ਭੈਣ ਹੈ, ਮੈਂ ਉਹਨੂੰ ਭੈਣ ਕਿਹਾ, ਉਹਦਾ ਬੰਦਾ ਉਹ ਵੀ ਠੀਕ ਹੈ। ਉਸ ਤੋਂ ਇਲਾਵਾ ਮੈਨੂੰ ਕਿਸੇ ਨੇ ਨਹੀਂ, ਭਾਜੀ ਸਿੱਧੀ ਗੱਲ ਹੈ, ਐਕਟਰਾਂ ਦੇ ਵਿੱਚੋਂ ਗੱਲ ਕਰ ਰਹੇ ਹਾਂ ਕਿਸੇ ਨੂੰ। ਅੱਛਾ ਇਮਰਾਨ ਸਾਹਿਬ, ਆਪਣਾ ਜਿਹੜੇ ਇਹ ਤੁਹਾਡੇ ਯਾਨੀ ਕਿ ਸਾਡੇ ਮੀਡੀਆ ਦੇ ਹੋ ਗਏ ਜਾਂ ਸਾਡੇ ਸਟੇਜ ਦੇ ਹੋ ਗਏ, ਇਹਨਾਂ ਵੱਲੋਂ ਤੁਸੀਂ ਇਹਨਾਂ ਨੂੰ ਕੋਈ ਪੈਗਾਮ ਜਾਂ ਤੁਸੀਂ ਇਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਵੇਖੋ ਤੁਸੀਂ ਵੀ ਉਹਨਾਂ ਦੇ ਨਾਲ ਦੇ ਆਰਟਿਸਟ ਹੈਗੇ ਹੋ ਤੇ ਤੁਸੀਂ ਅੱਜ ਜਿਸ ਮੁਕਾਮ ਤੇ ਹੈਗੇ ਹੋ, ਕੀ ਉਹਨਾਂ ਨੂੰ ਕੀ ਚਾਹੀਦਾ ਤੁਹਾਡੇ ਵਾਸਤੇ ਕੀ ਕਰਨ ਨੂੰ?
ਦੇਖੋ ਗੱਲ ਇਹ ਵੇ, ਅਗਰ ਤੇ ਗੱਲ ਆਂਦੀ ਨਾ ਮੀਡੀਆ ਤੱਕ ਕਿ ਜਿਸ ਤਰ੍ਹਾਂ ਕਿ ਤੁਸੀਂ ਮੈਨੂੰ ਬੁਲਾਇਆ ਹੈ, ਮੈਂ ਇਹ ਗੱਲ ਕਹਾਂਗਾ ਕਿ ਯਾਰ ਸਾਡੇ ਐਕਟਰਾਂ ਨਾਲੋਂ ਸਾਡੇ ਨਾਲ ਦੇ ਬੰਦਿਆਂ ਨਾਲੋਂ ਵੈਰੀ ਗੁੱਡ ਤੁਸੀਂ ਜੇ। ਨੰਬਰ 1, ਮੈਨੂੰ ਇੱਕ ਸੜਕ ਤੇ ਕੂੜੇ ਅੰਗਰ ਮੈਂ ਰੁਲ ਰਿਹਾ ਸਾਂ ਤੇ ਮੈਨੂੰ ਉਹ ਮੇਰੇ ਭਰਾ ਨੇ ਕਿਹਾ ਚੱਲ ਯਾਰ ਇੱਧਰ ਆ। ਮੈਂ ਤੇ ਉਹਦੇ ਪੈਰਾਂ ਨੂੰ ਵੀ ਚੁੰਮਾਂ ਤੇ ਮੈਂ ਘਾਟੇ, ਮੈਂ ਉਹਦੀ ਜਿੰਨੀ ਖਿਦਮਤ ਕਰਾਂ। ਭਾਜੀ ਜ਼ੁਬੈਰ ਸਾਹਿਬ ਨੇ ਉਹਦੀ ਕੰਡ ਸੁਣ ਰਹੀ ਪਈ, ਵੀਡੀਓ ਵੀ ਵੇਖਣਗੇ ਔਰ ਮੈਨੂੰ ਕਹਿਣਗੇ ਕਿ ਵਾਕਈ ਸੱਚ ਕਹਿ ਰਿਹਾ। ਹਜੇ ਤੱਕ ਉਹਦੇ ਦਿਲ 'ਚ ਹਸਰਤ ਹੈ ਕਿ ਅੱਲਾ ਤੈਨੂੰ ਘਰ ਦੇਵੇ ਤੇ ਮੈਂ ਫਿਰ ਕੈਮਰਾ ਚਲਾਉਣਾ। ਮੈਨੂੰ ਉਸ ਬੰਦੇ ਨੇ ਇੱਥੋਂ ਤੱਕ ਲੈ ਆਂਦਾ ਯਾਰ ਤੁਹਾਡੇ ਵਰਗੇ ਲੋਕਾਂ ਦਾ ਪਿਆਰ ਹੈ, ਤੁਸੀਂ ਜ਼ਿੰਦਾ ਦਿਲ ਲੋਕ ਜੇ। ਮੈਂ ਥੀਏਟਰ ਨੂੰ ਕੀ ਕਰਨਾ, ਮੈਂ ਫਿਲਮ ਲੈਣ ਨੂੰ ਕੀ ਕਰਨਾ। ਇੱਕ ਮੀਡੀਆ ਵਾਲੇ ਉੱਠ ਕੇ ਯਾਰ ਮੇਰਾ ਸਾਥ ਦੇ ਰਹੇ ਨੇ ਔਰ ਮੈਨੂੰ ਹੱਥੋਂ ਪੈਸੇ ਦਿੰਦੇ ਨੇ। ਲੈ ਯਾਰ ਇਹ 2000 ਉਸਤਾਦ ਜੀ ਹੋਇਆ ਵੇਖੋ, ਕਿਸੇ ਨੂੰ ਨਜ਼ਰ ਵੀ ਨਹੀਂ ਆਉਣ ਦਿੰਦੇ। ਅੱਛਾ, ਮੈਂ ਇੱਕ ਗੱਲ ਸੁਣੀ ਸੀ ਤੁਹਾਡੇ ਬਾਰੇ ਕਿ ਜਦੋਂ ਇਹ ਇਸ ਤਰ੍ਹਾਂ ਦਾ ਦੌਰ ਤੁਹਾਡਾ, ਯਾਨੀ ਕਿ ਇਹ ਟਾਈਮ ਜਦੋਂ ਸ਼ੁਰੂ ਹੋਇਆ ਮੁਸ਼ਕਿਲ ਟਾਈਮ, ਤੇ ਤੁਹਾਨੂੰ ਕਿਸੇ ਨੇ ਸਵਾਲ ਕੀਤਾ ਕਿ ਬੱਚਿਆਂ ਮੁਤਲਕ ਕਿ ਮੈਨੂੰ ਆਪਣਾ ਬੱਚਾ ਦੇ ਦਿਓ, ਉਹ ਕੀ ਗੱਲ ਸੀ? ਵਾਹ ਰੇ ਵਾਹ, ਹਾਰ ਰੋਡ ਦੀ ਗੱਲ ਏ। ਅੱਲਾ ਜੰਨਤ ਨਸੀਬ ਕਰੇ, ਮੇਰੀ ਬੇਟੀ ਸੀ 5 ਮਹੀਨੇ ਦੀ, ਉਹ ਫੋਲੀ ਸੀ, ਉਹ ਪੈਦਾ ਹੋਈ ਤੇ ਮੈਂ ਇਸ ਤਰ੍ਹਾਂ ਸੜਕ ਤੇ ਰੁਲਣਾ ਸੀ ਇਹਨਾਂ ਨੂੰ ਲੈ ਕੇ, ਤੇ ਉਹਦੇ ਬੈਕ ਸਾਈਡ ਤੇ ਮਾਰ ਰੋਡ ਦੇ ਸਾਹਮਣੇ ਇੱਕ ਮਸਜਿਦ ਸ਼ੋਦਾ ਹੈ, ਉੱਥੇ ਮੈਂ ਨਮਾਜ਼ ਪੜ੍ਹਨਾ ਹੁੰਦਾ ਸੀ ਜਾ ਕੇ, ਘਟਾਉਣੇ ਵਗੈਰਾ ਮੈਂ ਲਾਨਾ ਸੀ ਬੈਠ ਕੇ, ਮੇਰੀ ਬੇਗਮ ਵੀ ਬੈਠੀ ਹੁੰਦੀ ਸੀ। ਉਹ ਹਾਰ ਰੋਡ ਦੇ ਵਿੱਚ ਇੱਕ ਦੁਕਾਨ ਹੈ ਮੋਬਾਈਲਾਂ ਦੀ, ਅਜੇ ਤੱਕ ਹੈ ਉਹ ਬੰਦਾ। ਉਹ ਲੰਘਿਆ 2-4 ਵਾਰੀ, 10-15 ਦਿਨ ਉਹ ਲੰਘਿਆ। ਉਸ ਤੋਂ ਬਾਅਦ ਉਹਨੇ ਮੈਨੂੰ ਆਵਾਜ਼ ਮਾਰ ਲਈ, ਉਹਨੇ ਕਿਹਾ ਭਾਜੀ ਕੀ ਗੱਲ ਹੈ, ਇੱਥੇ ਬੈਠੇ ਹੋ? ਮੈਂ ਕਿਹਾ ਯਾਰ ਇਹ ਗੱਲ ਹੈ, ਮੇਰੀਆਂ ਦਵਾਈਆਂ ਹੈ, ਮੇਰੀਆਂ ਰਿਪੋਰਟਾਂ। ਉਹਨੇ ਕਿਹਾ ਅੱਛਾ, ਤੇ ਤੁਸੀਂ ਮੇਰੇ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ, ਜੇ ਬੁਰਾ ਨਾ ਮਨਾਓ। ਕਿ ਉਸ ਬੰਦੇ ਨੇ ਕਿਹਾ ਕਿ ਯਾਰ ਤੂੰ ਹੈਗਾ ਜ਼ਰੂਰਤਮੰਦ ਤੇ ਮੈਂ ਹੈਗਾ ਖੁਆਇਸ਼ਮੰਦ, 10 ਲੱਖ 20 ਲੱਖ 50 ਲੱਖ ਤੂੰ ਪਤਾ ਕਰ ਲਾ, ਮੇਰੀ ਇਹ ਹਮਾਰ ਰੋਡ 'ਚ ਦੁਕਾਨ ਹੈ ਮੋਬਾਈਲਾਂ ਦੀ, ਮੈਂ ਖਰਬਾਪਤੀ ਆਦਮੀ ਹਾਂ ਅੱਲਾ ਦੇ ਹੁਕਮ ਨਾਲ, ਰੋਜ਼ ਮੈਂ ਇੱਥੇ ਨਮਾਜ਼ ਪੜ੍ਹਨ ਆਉਂਦਾ। ਤੇਰਾ ਜਦੋਂ ਵੀ ਦਿਲ ਕਰੇ ਮੈਨੂੰ ਆਵਾਜ਼ ਦੇਈਂ, ਇੱਕ ਬੱਚਾ ਜਿਹੜਾ ਮਰਜ਼ੀ ਲਿਖ ਕੇ ਦੇ ਦੇ, ਮੈਂ ਪਰਵਰਿਸ਼ ਕਰਾਂਗਾ, ਮੈਂ ਪੜ੍ਹਾਵਾਂਗਾ, ਮੈਂ ਲਿਖਾਵਾਂਗਾ। ਮੈਂ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਯਾਰ ਇੱਕ ਚੀਜ਼ ਜਦੋਂ ਅੱਲਾ ਦੇ ਨਾਂ 'ਤੇ ਅਸੀਂ ਦਿੰਦੇ ਹਾਂ ਤੇ ਵਿੱਚ ਅਸੀਂ ਪ੍ਰਾਪਰਟੀ ਕੋ ਲੈਣੇ ਆ। ਅਗਰ ਤੈਨੂੰ ਇੰਨਾ ਚਿਰ ਹੋ ਗਿਆ, ਮੈਨੂੰ ਸਾਲ ਹੋ ਗਿਆ ਵੇਖਦੇ ਆ ਇੱਥੇ ਬੈਠੇ ਆ, ਤੇ ਯਾਰ 1 ਸਾਲ ਦੇ ਵਿੱਚ ਤੇਰਾ ਜ਼ਮੀਰ ਹੈ ਕਿਉਂ ਨਹੀਂ ਮੰਨ ਰਿਹਾ ਕਿ ਮੈਂ 1.5 ਮਰਲਾ ਜਾਂ 2 ਮਰਲੇ ਜਾਂ ਅੱਧਾ ਮਰਲਾ ਇਹਨੂੰ ਅੱਲਾ ਦੇ ਨਾਂ 'ਤੇ ਬੱਚੇ ਨੂੰ ਦੇ ਦਿਆਂ। ਮੈਂ ਕਿਹਾ ਬੱਚੇ ਮੇਰੀ ਜਾਨ ਹੈ, 100 ਸਾਲ ਤੱਕ ਵੀ ਤੁਸੀਂ ਅਗਰ ਆ ਕੇ ਮੈਨੂੰ ਪੁੱਛੋਗੇ ਨਾ ਤੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਮੈਂ ਇੱਕ ਬੱਚੇ ਦਾ ਵਾਲ ਵੀ ਨਹੀਂ ਦੇਣਾ। ਸਿੱਧੀ ਗੱਲ ਹੈ, ਯਕੀਨ ਕਰੋ ਸ਼ਬਾਜ਼ ਭਾਈ, ਉਹ ਪੂਰਾ ਮਹੀਨਾ ਮੇਰੇ ਕੋਲੋਂ ਲੰਘਦੇ ਸਨ ਤੇ ਮੈਨੂੰ ਕਹਿੰਦੇ ਹਾਂਜੀ। ਮੈਂ ਕਿਹਾ ਭਾਜੀ ਕੋਈ ਆਵਾਜ਼ ਨਹੀਂ, ਮੈਂ ਨਹੀਂ ਬੱਚੇ ਦੇਣੇ, ਇਹਨਾਂ ਦੀ ਖਾਤਰ ਤੇ ਮੈਂ ਰੁਲਉਂਦੇ ਆ, ਮੈਂ ਪੈਸੇ ਨੂੰ ਕੀ ਕਰਨਾ ਹੈ। ਜਦ ਕਿ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਹੈ ਕਿ ਮੈਂ ਗੈਰਤਮੰਦ ਹਾਂ, ਮੈਂ ਬਗੈਰਤ ਨਹੀਂ। ਭਾਵੇਂ ਮੈਂ ਫਨਕਾਰ ਹਾਂ, ਉਹ ਫਨਕਾਰਾਂ ਦੇ ਜ਼ਮੀਰ ਨਹੀਂ ਹੁੰਦੇ, ਐਕਟਰਾਂ ਦੇ ਨਹੀਂ ਹੁੰਦੇ ਜ਼ਮੀਰ, ਲੇਕਿਨ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਭਾਜੀ ਔਰਤਾਂ ਦੀ ਕਮਾਈ ਖਾਣ ਵਾਲਾ ਜਾਂ ਔਰਤਾਂ ਦੀ ਪ੍ਰਾਪਰਟੀ ਬਣਾਉਣ ਵਾਲਾ ਮਰਦ ਨਹੀਂ ਹੁੰਦਾ। ਠੀਕ ਹੈ, ਜ਼ਿੰਦਾ ਦਿਲ ਲੋਕ ਇਹ ਨੇ ਕਿ ਅਗਰ ਕੋਈ ਇਨਸਾਨ ਅੱਲਾ ਦਾ ਜ਼ਿਕਰ ਕਰੇ, ਅੱਲਾ ਕੋਲੋਂ ਮੰਗੇ ਤੇ ਅੱਲਾ ਦਿੰਦਾ ਹੈ। ਮੈਂ 7 ਸਾਲ ਸੜਕ ਦੇ ਉੱਤੇ ਤਸਬੀਹ ਕੀਤੀ ਹੈ, ਮੈਂ ਕੋਈ ਸਹਾਨ ਨਹੀਂ ਕੀਤਾ, ਲੇਕਿਨ ਮੈਂ ਅੱਲਾ ਕੋਲੋਂ ਮੰਗਿਆ ਤੇ ਅੱਲਾ ਪਾਕ ਦੀ ਰਹਿਮਤ ਹੈ। ਅੱਜ ਮੇਰੇ ਤੇ ਅੱਲਾ ਪਾਕ ਨੇ ਇੰਨੀ ਰਹਿਮਤ ਕੀਤੀ ਹੈ ਕਿ ਮੇਰੇ ਬੱਚੇ ਸਕੂਨ ਨਾਲ ਇਹ ਸਰਦੀਆਂ ਆਪਣੇ ਘਰ ਕੱਢਣਗੇ। ਮੇਰੇ ਮਾਲਕ ਨੇ ਇੰਨੀ ਰਹਿਮਤ ਕੀਤੀ ਹੈ। ਤੇ ਸ਼ਬਾਜ਼ ਸਾਹਿਬ ਉਹ ਇਹ ਗੱਲ ਹੈ ਕਿ ਨਾ ਤੇ ਲਾਲਚ ਦਿਲ 'ਚ ਆਈ ਹੈ ਤੇ ਨਾ ਅੱਲਾ ਪਾਕ ਕਦੀ ਲਿਆਏ। ਜ਼ਿੰਦਾ ਦੇ ਲੋਕ ਨੇ, ਅੱਲਾ ਤੇ ਆਸ ਹੋਏਗੀ ਤੇ ਕੁਝ ਨਾ ਕੁਝ ਘਰ ਬਣ ਹੀ ਜਾਏਗਾ ਨਾ ਇਹਨਾਂ ਦਾ, ਮੇਰਾ ਇਲਾਜ ਵੀ ਹੋ ਜਾਏਗਾ ਤੇ ਕੋਈ ਗੱਲ ਨਹੀਂ। ਜਿੱਥੇ 7 ਸਾਲ 'ਚ ਨਹੀਂ ਮੈਂ ਮਰਿਆ ਤੇ ਉੱਥੇ ਕਿਹੜਾ ਮੈਂ 2 ਦਿਨਾਂ 'ਚ ਮਰ ਜਾਣਾ। ਮੈਂ ਇਮਰਾਨ ਸਾਹਿਬ ਤੁਹਾਨੂੰ ਆਉਂਦਿਆਂ ਵੇਖਿਆ, ਤੁਸੀਂ ਬੜੇ ਮਾਸ਼ਾਅੱਲਾ ਹਸਮੁਖ ਤੇ ਬੜੇ ਖੁਸ਼ ਮਿਜ਼ਾਜ ਇਨਸਾਨ ਹੈਗੇ ਹੋ, ਬੜੀ ਇੱਕ ਪਿਆਰੀ ਸ਼ਖਸੀਅਤ ਹੈਗੇ ਹੋ। ਤੇ ਜਿਹੜੇ ਘਰ 'ਚ ਯਾਨੀ ਕਿ ਜਿਸ ਟਾਈਮ ਤੁਸੀਂ ਘਰ ਹੁੰਦੇ ਹੋ ਤੇ ਉਸ ਟਾਈਮ ਵੀ ਇਹੀ ਮਾਹੌਲ ਹੁੰਦਾ ਹੈ ਜਾਂ ਘਰ 'ਚ ਕੋਈ ਹੋਰ ਮਾਹੌਲ, ਕੋਈ ਹੋਰ ਪਰੇਸ਼ਾਨੀ, ਕੀ ਮਾਮਲਾਤ ਹੈਗੇ ਨੇ ਉਹ? ਨਹੀਂ, ਮਾਮਲਾਤ ਇਹ ਨੇ ਕਿ ਮੈਂ ਹੈਪੇਟਾਈਟਸ ਸੀ ਤੇ ਬੀ ਦੀ ਮੈਂ ਰਿਪੋਰਟ ਕਰਾਈ ਹੈ ਤੇ ਮੈਂ ਉਸ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਇਸ ਗੱਲ ਦਾ ਤੁਸੀਂ ਮੇਰੀ ਬੀਵੀ ਦੇ ਸਾਹਮਣੇ ਜ਼ਿਕਰ ਨਹੀਂ ਸੀ ਕਰਨਾ। ਉਹਨੇ ਬੀਵੀ ਮੇਰੀ ਦੇ ਸਾਹਮਣੇ ਜ਼ਿਕਰ ਕਰ ਦਿੱਤਾ। ਉਹ ਵਿਚਾਰੀ ਰੋਣ ਲੱਗ ਪਈ ਕਿ ਇੱਕ ਤੇ ਮੈਂ 7 ਸਾਲ ਇਹਦੇ ਨਾਲ ਸੜਕਾਂ ਦੇ ਉੱਤੇ ਰੁਲੀ ਹਾਂ, ਉੱਤੋਂ ਇਹ ਵੀ ਗਵਾਚ ਰਿਹਾ। ਅੱਜ ਅੱਲਾ ਪਾਕ ਸਾਡੀ ਸੁਣ ਰਿਹਾ ਤੇ ਇਹ ਬੰਦਾ ਮੇਰੇ ਹੱਥਾਂ 'ਚੋਂ ਜਾ ਰਿਹਾ। ਮੈਂ ਫਿਰ ਉਹ ਆਪਣੇ ਐਕਟਰ ਦੇ ਅੰਦਾਜ਼ ਨਾਲ ਉਹਨੂੰ ਜਾ ਕੇ ਡਾਕਟਰ ਸਾਹਿਬ ਨੂੰ ਪਹਿਲੇ ਕਿਹਾ, ਅਗਰ ਡਾਕਟਰ ਸਾਹਿਬ ਮੈਂ ਆਪਣੀ ਬੀਵੀ ਨੂੰ ਬੁਲਾਉਣਾ ਤੇ ਤੁਸੀਂ ਉਹਨੂੰ ਕਹਿਣਾ ਕਿ ਗੱਲ ਇਹ ਵੇ ਕਿ ਮੈਂ ਮਜ਼ਾਕ ਕਰ ਰਿਹਾ ਸੀ। ਇਹਨੇ ਮੈਨੂੰ ਕਿਹਾ ਸੀ ਕਿ ਤੂੰ ਇੰਜ ਮੇਰੀ ਬੀਵੀ ਨੂੰ ਡਰਾਈ। ਫਿਰ ਮੈਂ ਇਹਨੂੰ ਹੌਸਲਾ ਵੀ ਦਿੱਤਾ ਤੇ ਯਕੀਨ ਕਰੋ
ਕਿ ਮੇਰੇ ਅਥਰੂ ਨਾ ਰੁਕਣ, ਮੇਰੇ ਕੋਲੋਂ ਇਹਨੂੰ ਸਮਝਾਇਆ ਨਾ ਜਾਏ। ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਗੱਲ ਸੁਣ, ਤੈਨੂੰ ਕਿਹਨੇ ਬਣਾਇਆ? ਅੱਲਾ ਨੇ। ਮੈਂ ਕਿਹਾ ਤੈਨੂੰ ਮੌਤ ਕਿਹਨੇ ਦੇਣੀ? ਮੈਂ ਕਿਹਾ ਜੀ ਅੱਲਾ ਨੇ। ਉਹ ਮੈਂ ਕਿਹਾ ਯਾਰ ਇਹ ਡਾਕਟਰ ਝੂਠ ਬੋਲਦੇ ਨੇ, ਮੈਂ ਮਰਨਾ ਹੋਵੇ ਤਾਂ 7 ਸਾਲ 'ਚ ਮਰ ਜਾਵਾਂ, ਕਿੰਨੀਆਂ ਬਿਮਾਰੀਆਂ ਨੇ ਮੈਨੂੰ। ਲੇਕਿਨ ਮੈਂ ਕਿਹਾ ਅੱਲਾ ਤੇ ਯਕੀਨ ਰੱਖ, ਅੱਲਾ ਕੋਲੋਂ ਨਮਾਜ਼ ਪੜ੍ਹ ਕੇ ਮੰਗ, ਮੇਰੀ ਜ਼ਿੰਦਗੀ ਮੰਗ, ਉਹ ਦੇਗਾ। ਇੰਨਾ ਕੁਝ ਤੈਨੂੰ ਅੱਲਾ ਦੇ ਰਿਹਾ ਤੇ ਮੇਰੀ ਜ਼ਿੰਦਗੀ ਵੀ ਮੰਗ ਕੇ ਵੇਖ ਦੇਗਾ। ਉਹ ਭਾਜੀ ਅੱਲਾ ਦੀ ਜ਼ਿੰਦਗੀ ਕਰੇ, ਵਿਚਾਰੀ ਨੂੰ ਹੌਸਲਾ ਹੋਇਆ। ਇਹ ਵੀ ਕਿਸੇ ਨੂੰ ਟੈਨਸ਼ਨ ਲੈ ਜਾਂਦੀ ਹੈ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੀ ਬੀਵੀ ਨੂੰ ਹਸਾਵਾਂ, ਕਢਾਵਾਂ। ਫਿਰ ਮੈਂ ਘਰ 'ਚ ਹੀ ਲੱਗਾ ਰਹਿਣਾ, ਆਪਣੇ ਉਹ ਫੈਮਿਲੀ ਵਾਲੀਆਂ ਜੁਗਤਾਂ ਕਰਨ, ਮਜ਼ਾਈਆ ਗਾਣੇ ਗਾਣ। ਤੇ ਮੈਨੂੰ ਇਹ ਮਨਾ ਕਰਦੀ ਕਿ ਨਾ ਤੁਸੀਂ ਇਸ ਤਰ੍ਹਾਂ ਨਾ ਕਰੋ, ਡਾਕਟਰਾਂ ਨੇ ਮਨਾ ਕੀਤਾ। ਅੱਛਾ ਇਮਰਾਨ ਸਾਹਿਬ, ਤੁਸੀਂ ਮਾਸ਼ਾਅੱਲਾ ਆਪਣਾ ਟਾਈਮ ਪੂਰਾ ਸੀ, ਤੁਸੀਂ ਅਰੂਜ ਵੀ ਵੇਖਿਆ ਤੇ ਤੁਸੀਂ ਇਸ ਟਾਈਮ ਜ਼ਵਾਲ ਵੇਖ ਰਹੇ ਹੋ, ਤੇ ਤੁਸੀਂ ਇਸ ਅਰੂਜ ਤੇ ਜ਼ਵਾਲ 'ਚ ਕੀ ਆਪਣੇ ਆਪ ਰਹਿ 'ਚ ਕੀ ਫ਼ਰਕ ਵੇਖਿਆ, ਕੀ ਫ਼ਰਕ ਮਹਿਸੂਸ ਕੀਤਾ? ਯਾਰ ਗੱਲ ਪਤਾ ਕੀ ਹੈ ਸ਼ਹਬਾਜ਼ ਸਾਹਿਬ, ਅਰੂਜ ਨਹੀਂ ਵੇਖਿਆ, ਕਿਉਂਕਿ ਅਗਰ ਮੈਂ ਕਹਾਂਗਾ ਨਾ ਅਰੂਜ ਵੇਖਿਆ ਤੇ ਤੁਸੀਂ ਕਹੋਗੇ ਤੇ ਵੇਖਣ ਵਾਲੇ ਕਹਿਣਗੇ, ਵੱਡੇ ਸਾਡੇ ਫਨਕਾਰ ਕਹਿਣਗੇ, ਉਹ ਇਹਨੂੰ ਤੇ ਅਸੀਂ ਵੇਖਿਆ ਹੀ ਨਹੀਂ ਸਾਹਮਣੇ, ਇਹਨੂੰ ਇਹਦੇ ਤੇ ਅਰੂਜ ਕਿੱਥੇ ਆ ਗਿਆ? ਸੱਚ ਸੱਚ ਹੁੰਦਾ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਛੋਟੀਆਂ ਛੋਟੀਆਂ ਐਂਟਰੀਆਂ ਕਰਨ ਵਾਲਾ ਮੈਂ ਫਨਕਾਰ ਹਾਂ। ਇੱਥੇ ਲਾਹੌਰ 'ਚ ਬਹਾਨਾ ਚਾਹੇ ਆਪਣਾ ਆਪ, ਅੰਦਰ ਦਾ ਐਕਟਰ ਨਹੀਂ ਕਿਸੇ ਨੇ ਵੇਖਿਆ। ਮੈਂ ਮੁਲਤਾਨ ਚਲਾ ਗਿਆ, ਉੱਥੇ ਮੈਂ ਕੰਮ ਕੀਤਾ ਤੇ ਤਸਵੀਰ ਮੇਰੀ ਕੰਧ ਜਿੰਨੀ ਵੱਡੀ ਲੱਗੀ ਏ। ਇੱਥੇ ਤੇ ਇੰਨੀਆਂ ਤਸਵੀਰਾਂ ਲੱਗਦੀਆਂ ਨਾ, ਤੇ ਉੱਥੇ ਵੱਡੀ ਤਸਵੀਰ ਲੱਗੀ, ਬੜੀ ਇੱਜ਼ਤ ਮਿਲੀ ਏ। ਠੀਕ ਜੀ, ਉਹ ਤਸਵੀਰ ਜਿਹੜੀ ਹੈਗੀ ਉਹ ਅਰੂਜ ਹੀ ਹੈਗਾ, ਉਹ ਅੱਲਾਹ ਪਾਕ ਜਿਹਨੂੰ ਇੱਜ਼ਤ ਦਿੰਦਾ ਉਹ ਅਰੂਜ ਹੀ ਹੁੰਦਾ। ਭਾਜੀ ਅਰੂਜ ਤੇ ਇਹ ਵੇ ਨਾ ਕਿ ਮੈਨੂੰ ਇਸ ਪਾਕਿਸਤਾਨ 'ਚ ਇੱਜ਼ਤ ਮਿਲਦੀ। ਇੱਥੇ ਤੇ ਮੇਰੇ ਭਰਾ ਮੈਨੂੰ ਕਹਿੰਦੇ ਯਾਰ ਇਮਰਾਨ ਰੰਗੀਲੇ ਅੱਗੇ ਹੋ, ਲੇਕਿਨ ਮੈਨੂੰ ਕਿਸੇ ਨੇ ਵੀ ਨਹੀਂ ਚਾਹਿਆ। ਵਿੱਚ ਐਸੇ ਵੀ ਨੇ ਸਟਾਰਟਿੰਗ ਦੇ ਵਿੱਚ, ਸਲੀਮ ਪੰਛੀ ਸਾਹਿਬ ਸਾਡੇ ਵੱਡੇ ਨੇ, ਅੱਲਾਹ ਤਾਲਾ ਦੀ ਜ਼ਿੰਦਗੀ ਕਰੇ, ਜ਼ਫਰ ਸ਼ਾਹ ਸਾਹਿਬ, ਫਰੋਜ਼ ਖਾਨ ਸਾਹਿਬ, ਇੰਗਲਿਸ਼ ਫਿਲਮਾਂ ਦੇ ਫੈਕਟਰ, ਮੇਰੇ ਜਨਮ ਉਸਤਾਦ ਉਹ ਨੇ ਜਿਨ੍ਹਾਂ ਨੇ ਮੈਨੂੰ ਇਸ ਸਟੇਜ 'ਚ ਲਿਆਂਦਾ। ਠੀਕ ਹੈ, ਮੈਨੂੰ ਕਹਿੰਦੇ ਹੁੰਦੇ ਸਲੀਮ ਪੰਛੀ ਸਾਹਿਬ, ਯਾਰ ਇਮਰਾਨ ਤੇਰੀ ਟੈਂਪੋ ਬੜੀ ਪਿਆਰੀ ਹੈ ਔਰ ਤੇਰੀ ਟਾਈਮਿੰਗ ਬੜੀ ਅੱਛੀ ਹੈ, ਤੂੰ ਕਰਿਆ ਕਰ। ਮੈਨੂੰ ਜੁਗਤਾਂ ਦੱਸਦੇ ਸਨ, ਲੇਕਿਨ ਮੈਂ ਕਿਹਾ ਉਸਤਾਦ ਜੀ ਮੈਂ ਸ਼ੌਕੀ ਖਾਨ ਸਾਹਿਬ ਦੀ ਕਰਨੀ ਕਾਪੀ। ਉਹਨੇ ਕਿਹਾ ਕਰ, ਤੇ ਮੈਂ ਕੀਤੀ ਹੈ, ਮੈਨੂੰ ਕਲੈਪਾਂ ਦਵਾਈਆਂ ਉਹਨਾਂ ਨੇ। ਲੇਕਿਨ ਵਕਤ ਹਾਲਾਤ ਇਹੋ ਜਿਹੇ ਹੋ ਗਏ ਕਿ ਬਸ ਬਿਮਾਰ ਹੋ ਗਿਆ, ਮੈਂ ਡਿੱਗ ਪਿਆ। ਦੁਬਾਰਾ ਨਾ ਕਿਸੇ ਨੇ ਪੁੱਛਿਆ ਤੇ ਨਾ ਮੈਂ ਕਿਸੇ ਨੂੰ ਦੱਸਿਆ। ਔਰ ਪਿਛਲੀ ਵੀਡੀਓ 'ਚ ਮੈਂ ਕਿਹਾ ਸੀ ਬਾਜੀ ਮੇਰੀ ਇਹ, ਉਹਨਾਂ ਨੇ ਮੈਨੂੰ ਅਮਰੀਕਾ 'ਚ ਉਹਨਾਂ ਕਿਹਾ ਜੀ ਤੂੰ ਇੱਕ ਤਨਜ਼ ਕੀਤੀ ਹੈ। ਮੈਂ ਕਿਹਾ ਜੀ ਬਾਜੀ ਕਾਹਦੀ? ਮੈਨੂੰ ਕਾਲ ਆਈ ਸੀ ਕਿ ਤੂੰ ਸਖੀ ਸਰਵਰ ਸਾਹਿਬ ਨੂੰ ਕਿਹਾ ਜੀ ਕਿ ਮੈਂ 1-2 ਵਾਰੀ ਮਦਦ ਉਹਨਾਂ ਮੰਗੀ ਉਹਨਾਂ ਕੋਲ, ਮੈਂ ਉਹਨਾਂ ਨੇ ਕੀਤੀ ਤੇ ਦੁਬਾਰਾ ਉਹਨੇ ਕਿਹਾ ਜੀ ਮੈਂ ਲੱਤਾਂ ਤੋੜ ਦਾਂਗਾ। ਮੈਂ ਕਿਹਾ ਬਾਜੀ ਉਹ ਸਖੀ ਸਰਵਰ ਸਾਹਿਬ ਮੇਰੇ ਵੱਡੇ ਨੇ, ਮੈਂ ਉਹਨਾਂ ਦੇ ਪੈਰਾਂ ਦੀ ਮਿੱਟੀ ਹਾਂ, ਅਲਹਮਦੁਲਿਲਾ ਮੈਂ ਉਹਨਾਂ ਦਾ ਦੇਣਦਾਰ ਹਾਂ। ਉਹਨਾਂ ਨੇ ਮੇਰੀ ਮਦਦ ਕੀਤੀ ਹੈ, ਠੀਕ ਹੈ, ਲੇਕਿਨ ਹਰ ਇਨਸਾਨ ਕੋ ਮੇਰੇ ਵਰਗਾ ਫਰਕ ਤੇ ਨਹੀਂ ਹੈਗਾ। ਵੱਡੇ ਲੋਕ ਨੇ, ਉਹ ਮੇਰੀ ਮਦਦ ਕੀਤੀ ਹੈ, ਮੈਂ ਅੱਜ ਵੀ ਉਹਨਾਂ ਦਾ ਦੇਣਦਾਰ ਹਾਂ। ਮੇਰਾ ਉਹਨਾਂ 'ਤੇ ਕੋਈ ਸ਼ਿਕਵਾ ਨਹੀਂ, ਬਲਕਿ ਮੈਂ ਉਹਨਾਂ ਨੂੰ ਦੁਆਵਾਂ ਦੇ ਰਿਹਾ ਕਿ ਯਾਰ ਮੇਰੀ ਭਾਵੇਂ 10,000 ਦੀ ਮਦਦ ਕੀਤੀ, ਭਾਵੇਂ 20 ਦੀ ਕੀਤੀ, ਉਹ ਮੈਨੂੰ ਇਨਕਾਰ ਤੇ ਨਹੀਂ ਕੀਤਾ। ਫਿਰ ਉਹ ਬਾਜੀ ਨੇ ਕਿਹਾ ਤੂੰ ਮੈਂ ਅੱਜ ਤੋਂ ਤੇਰੀ ਮਾਂ ਵਾਂ। ਅਲਹਮਦੁਲਿਲਾ ਮੈਨੂੰ ਰੋਜ਼ ਫੋਨ ਕਰਦੇ ਨੇ ਅਮਰੀਕਾ 'ਚੋਂ, ਤੇ ਪੁੱਤਰ ਤੇਰੀ ਤਬੀਅਤ ਠੀਕ ਹੈ, ਦੁਆਵਾਂ ਦਿੰਦੇ ਨੇ। ਉਹਨੇ ਕਿਹਾ ਬੱਚੇ ਤੇਰੀ ਸਾਨੂੰ ਇਹ ਗੱਲਾਂ ਮਾਰ ਗਈਆਂ ਕਿ ਤੂੰ ਆਸਾਨ ਨਹੀਂ ਭੁੱਲਦਾ। ਸਾਜੀ ਆਪਣਾ ਤੁਹਾਡੇ ਜਿਹੜੇ ਹੈਗੇ ਨੇ ਬਕਾਇਆ ਰਿਸ਼ਤੇਦਾਰ ਜਿਹੜੇ ਯਾਨੀ ਕਿ ਭੈਣ ਭਰਾ ਹੈਗੇ ਨੇ, ਉਹ ਤੁਹਾਡੇ ਨਾਲ ਰਹਿੰਦੇ ਨੇ? ਯਾਰ ਇਹ ਪਿੱਛੇ ਮੇਰੀ ਵੀਡੀਓ ਚੱਲੀ ਹੈ, ਮੇਰੇ ਰਿਸ਼ਤੇਦਾਰ ਕਰੋੜਾਂਪਤੀ ਨੇ, ਮੰਨਦੇ ਜੇ ਤੁਸੀਂ? ਤੁਸੀਂ ਇਸ ਟਾਈਮ ਇਸ ਹਾਲ 'ਚ ਤੇ ਉਹ ਕਰੋੜਾਂਪਤੀ, ਤੇ ਇਹ ਕੀ ਮਾਜਰਾ ਹੈਗਾ? ਉਹਦੀ ਇੱਕ ਵਜ੍ਹਾ ਹੈ ਕਿ ਬਾਪ ਕੋਈ ਹੈ ਜਿਹੜਾ ਆਪਣੀ ਔਲਾਦ ਦੇ ਬਾਰੇ ਸੋਚੇ। ਯਾਰ ਮੈਂ ਤੇ ਆਪਣੇ ਪਿਓ ਨੂੰ ਗਲਤ ਵੀ ਨਹੀਂ ਕਹਿ ਸਕਦਾ, ਉਹ ਮੇਰੇ ਨਸੀਬ ਨੇ। ਅਗਰ ਉਹ ਕਰੋੜਾਂਪਤੀ ਨੇ, ਮੈਂ ਅੱਜ ਫਕੀਰ ਹਾਂ, ਤੇ ਮੇਰੇ ਨਸੀਬ ਨੇ। ਯਾਰ ਮੇਰੇ ਪਿਓ ਦਾ ਕੀ ਕਸੂਰ ਹੈ? ਉਹਨੇ ਮੈਨੂੰ ਪੈਦਾ ਕਰ ਦਿੱਤਾ, ਮੈਨੂੰ ਜਵਾਨ ਕਰ ਦਿੱਤਾ, ਸਟੇਜ ਤੇ ਖਲੋਣ ਜੋਗਾ ਛੱਡਤਾ, ਇਹ ਥੋੜਾ ਹੀ ਉਹਦੀ ਨੇਕੀ ਹੈ? ਠੀਕ ਹੈ। ਉਹ ਪਿੱਛੇ ਵੀਡੀਓ ਚੱਲੀ ਹੈ ਤੇ ਮੇਰੇ ਅੱਬੂ ਨੂੰ ਬੁਲਾ ਕਹਿ ਰਹੇ ਨੇ ਆ ਵੇਖੋ ਜੀ ਇਹ ਖਾਨਦਾਨੀ ਹੋ ਗਿਆ ਮੁਗਲ ਪਠਾਨ, ਤੇ ਇਹ ਕੀ ਕਰਦਾ ਪਿਆ, ਇਸ ਵੀਡੀਓ ਦੇ ਰਿਹਾ, ਉਹਨਾਂ ਨੂੰ ਦੱਸ ਰਿਹਾ ਜੀ ਮੈਂ ਬਾਹਰ ਸੜਕ ਤੇ ਮੰਗ ਰਿਹਾ। ਤੇ ਮੇਰੇ ਵਾਲਾ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਯਾਰ, ਐਕਟਰ ਆਦਮੀ ਹੈ, ਇੰਟਰਵਿਊ ਲੈਂਦੇ ਨੇ, ਤੁਹਾਡੇ ਸਮਝ 'ਚ ਫਰਕ ਹੈਗਾ। ਮੇਰਾ ਪੁੱਤਰ ਜੋ ਕਰ ਰਿਹਾ ਠੀਕ ਕਰ ਰਿਹਾ, ਕਿਸੇ ਦੀ ਇੱਜ਼ਤ ਤੇ ਨਹੀਂ ਉਛਾਲ ਰਿਹਾ, ਕਿਸੇ ਦਾ ਡਾਕਾ ਤੇ ਨਹੀਂ ਮਾਰ ਰਿਹਾ, ਕਿਸੇ ਦਾ ਹੱਕ ਤੇ ਨਹੀਂ ਖਾ ਰਿਹਾ। ਮੇਰਾ ਪੁੱਤਰ ਠੀਕ ਕਰ ਰਿਹਾ। ਅਗਰ ਤੁਹਾਨੂੰ ਬਹੁਤੀ ਤਕਲੀਫ ਤੇ ਤੁਸੀਂ ਮੇਰੇ ਪੁੱਤਰ ਨੂੰ ਕੋਲੋਂ ਦੇ ਦਿਓ। ਉਹ ਮੰਜੀ ਤੇ ਵਿਚਾਰਾ ਡਿੱਗ ਪੈਂਦਾ, ਮਰੀਜ਼ ਹੈ, ਤੁਹਾਨੂੰ ਤਰਸ ਨਹੀਂ ਆਉਂਦਾ? ਕਰੋੜਾਪਤੀ ਆਦਮੀ 'ਚ ਕੀ ਫਰਕ ਪੈਂਦਾ? ਉਹ ਬਾਹਰ ਲੋਕਾਂ ਕੋਲ ਜਾ ਕੇ ਮਦਦਾਂ ਮੰਗਦਾ ਫਿਰਦਾ, ਉਹ ਤੁਸੀਂ ਰਿਸ਼ਤੇਦਾਰ ਹੋ ਕੇ ਕਰੋੜਾਪਤੀ, ਉਹਨੂੰ ਨਹੀਂ ਪੁੱਛਦੇ, ਉੱਤੋਂ ਤਨਸਾਂ ਕਰਦੇ ਜੀ। ਮੇਰੇ ਵਾਲਦ ਸਾਹਿਬ ਨੇ ਇਹੋ ਜਿਹੀ ਚਪੇੜ ਮਾਰੀ ਹੈ ਕਿ ਸੁਭਾਨ ਅੱਲਾ। ਅੱਛਾ ਜੀ ਇਮਰਾਨ ਸਾਹਿਬ, ਜਿਹੜੀ ਆਵਾਮ ਤੁਹਾਨੂੰ ਵੇਖਦੀ ਹੈ, ਜਿਹੜੇ ਤੁਹਾਡੇ ਵੀਡੀਓਜ਼ ਦੇ ਬਾਅਦ ਜਿਹੜੇ ਤੁਹਾਡੇ ਚਾਹਣ ਵਾਲੇ
ਮਜ਼ੀਦ ਉਮੜ ਕੇ ਸਾਹਮਣੇ ਆਏ ਨੇ, ਜੀ। ਉਹਨਾਂ ਵਾਸਤੇ ਕੋਈ ਪੈਗਾਮ ਜਿਹੜਾ ਹੈਗਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ? ਉਹਨਾਂ ਵਾਸਤੇ ਪੈਗਾਮ ਇਹ ਵੇ ਕਿ ਉਹਨਾਂ ਦੀ ਅਜ਼ਮਤ ਨੂੰ ਸਲਾਮ ਹੈ। ਤੇ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਯਾਰ ਮੈਨੂੰ ਇੰਨਾ ਨਾਂ ਮਿਲ ਜਾਏਗਾ ਤੇ ਇਸ ਕਦਰ ਬਾਹਰ ਦੇ ਮੁਲਕਾਂ 'ਚੋਂ ਇਸ ਪਾਕਿਸਤਾਨ 'ਚ ਮੈਨੂੰ ਇੰਨੀ ਇੱਜ਼ਤ ਮਿਲੇਗੀ ਔਰ ਇੰਨਾ ਨਾਂ ਮਿਲ ਜਾਏਗਾ। ਮੈਂ ਅੱਜ ਵੀ ਜਦੋਂ YouTube ਕੱਢਣਾ ਨਾ ਤੇ ਮੈਂ ਉੱਤੇ ਲਿਖਣਾ ਨਾ ਸਟੇਜ ਐਕਟਰ ਇਮਰਾਨ ਰੰਗੀਲਾ, ਤੇ ਉਸੇ ਟਾਈਮ ਇੰਟਰਵਿਊ ਉੱਤੇ ਹੁੰਦਾ ਠਾ ਕਰਦਾ ਕਿ ਇਹ ਤੁਹਾਡੇ ਵਰਗੇ ਭਰਾਵਾਂ ਦੀਆਂ ਦੁਆਵਾਂ ਨੇ, ਮਿਹਨਤ ਹੈ, ਦਿਲ ਦੇ ਸਾਫ਼ ਹੋ। ਅਗਰ ਬੰਦਾ ਦਿਲ ਦਾ ਸਾਫ਼ ਹੋਵੇ ਤੇ ਰੱਬ ਸਾਰੀਆਂ ਮੰਜ਼ਲਾਂ ਕਰਾਸ ਕਰਾ ਦਿੰਦਾ। ਔਰ ਭਾਜੀ ਇਹੀ ਗੱਲ ਏ, ਇਹ ਜਿੰਨੇ ਮੇਰੇ ਭਰਾ ਨੇ ਬਾਹਰ ਦੇ ਮੁਲਕ 'ਚ ਨੇ, ਇਸ ਮੁਲਕ 'ਚ ਨੇ, ਲਾਹੌਰ 'ਚ ਨੇ, ਮੇਰੀਆਂ ਦੁਆਵਾਂ ਹੈ। ਮੇਰੇ ਬੱਚੇ ਦੁਆਵਾਂ ਦੇਣ ਕੇ ਮੈਂ ਦੇ ਰਿਹਾ ਕਿ ਮੇਰਾ ਭਾਜੀ ਸਪੋਰਟ ਕੀਤੀ ਏ। ਔਰ ਇਹ ਵੀ ਕਿਤੇ ਮੈਨੂੰ ਫੋਨ ਕਰਦੇ ਨੇ, ਭਾਜੀ ਤੁਹਾਡਾ ਜਾਇਜ਼ ਕੈਸ਼ ਬਣਿਆ ਤੁਹਾਡਾ। ਮੈਂ ਕਿਹਾ ਯਾਰ ਸ਼ਰਮਿੰਦਗੀ ਹੋਣ ਲੱਗ ਪੈਂਦੀ ਕਿ ਯਾਰ ਥੋੜ੍ਹਾ ਮੈਂ ਸੈੱਟ ਹੋ ਰਿਹਾ, ਪਰ ਜਦੋਂ ਮੈਂ ਬਿਮਾਰੀ ਵੇਖਣਾ ਨਾ ਕਿ ਯਾਰ ਇਮਰਾਨ ਖਾਨ ਤੇਰਾ ਜਿਹੜਾ ਹੈਗਾ ਨਾ ਇਲਾਜ ਮਹਿੰਗਾ ਹੈ, ਤੇ ਫਿਰ ਮੈਂ ਚੁੱਪ ਕਰ ਰਹਿਣਾ। ਉਹ ਫਿਰ ਭਾਜੀ ਫਿਰ ਵੀ ਲੋਕ ਕਰਦੇ ਨੇ, ਤੇ ਜ਼ਿੰਦਾ ਦੇ ਲੋਕ ਮੈਂ ਕਹਿੰਦਾ ਕਿ ਵੈਰੀ ਗੁੱਡ, ਇਹਨਾਂ ਦੀ ਅਜ਼ਮਤ ਨੂੰ ਸਲਾਮ ਹੈ। ਅੱਛਾ ਇਮਰਾਨ ਸਾਹਿਬ, ਤੁਸੀਂ ਆਊਟਡੋਰ ਬੜੇ ਜਿਹੜਾ ਹੈਗਾ, ਤੁਸੀਂ ਆਊਟਡੋਰ ਤੇ ਜਾ ਕੇ ਸਟੇਜ 'ਤੇ ਪਰਫਾਰਮੈਂਸਾਂ ਕੀਤੀਆਂ ਨੇ। ਹੁਣ ਜਦਕਿ ਤੁਹਾਡੀ ਤਬੀਅਤ ਵੀ ਨਾਸਾਜ਼ ਹੈਗੀ ਹੈ, ਤੇ ਤੁਸੀਂ ਮੈਨੂੰ ਹੁਣੇ ਦੱਸਿਆ ਕਿ ਤੁਸੀਂ ਸ਼ੌਕੀ ਖਾਨ ਸਾਹਿਬ ਨੂੰ ਆਪਣਾ ਰੂਹਾਨੀ ਉਸਤਾਦ ਮੰਨਦੇ ਹੋ, ਤੇ ਉਹਨਾਂ ਦਾ ਕੋਈ ਜ਼ਰਾ ਸਾਨੂੰ ਥੋੜ੍ਹਾ ਜਿਹਾ ਵਿਖਾਓ, ਉਹ ਜਿਸ ਤਰ੍ਹਾਂ ਕਰਦੇ ਹੁੰਦੇ ਸਨ ਉਹ ਤਰ੍ਹਾਂ ਕੋਈ ਕਰਕੇ ਵਿਖਾਓ। ਵਾਹ 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 ਵਾਹ, ਸ਼ੌਕੀ ਖਾਨ ਸਾਹਿਬ, ਉਹਨਾਂ ਦੇ ਆਉਣ ਦਾ ਅੰਦਾਜ਼ ਇਹ ਹੁੰਦਾ ਸੀ, ਲਓ ਵੀ ਸੱਜਣੋ ਮਿੱਤਰੋ ਬੇਲੀਓ ਭੈਣੋ ਤੇ ਭਰਾਓ, ਮੇਰੇ ਵੱਲੋਂ ਫਿਰ ਇੱਕ ਵਾਰ ਨੱਚੋ ਖੇਡੋ ਹੱਸੋ ਤੇ ਗਾਓ, ਮੇਰੇ ਵੱਲੋਂ ਭਾਵੇਂ ਘਰ 'ਚ ਧਮਾਲਾ ਪਾਓ, ਖਸਮਾਂ ਨੂੰ ਖਾਓ। ਲਓ ਜਨਾਬ, ਬੰਦੇ ਸ਼ਾਦੀਆਂ ਕਰ ਲੈਂਦੇ ਨੇ ਤੇ ਕੰਮ ਕਰਦੇ ਕੋਈ ਨਹੀਂ, ਤੇ ਉਹਨਾਂ ਦੇ ਬਾਰੇ ਇੱਕ ਮੈਂ ਗਾਣਾ ਮਜ਼ਾਈਆ ਬਣਾਇਆ, ਲਓ ਮਲਾਜ਼ਾ ਫਰਮਾਓ। ਕੰਮ ਤੇ ਨਹੀਂ ਜਾਂਦਾ ਬੰਦਾ ਮੇਰਾ, ਹੋਰ ਕੀ ਇਹਨੂੰ ਪੀੜ ਪੈਂਦੀ ਏ। ਕੰਮ ਤੇ ਨਹੀਂ ਜਾਂਦਾ ਬੰਦਾ ਮੇਰਾ, ਹੋਰ ਕੀ ਇਹਨੂੰ ਪੀੜ ਪੈਂਦੀ ਏ। ਢਿੱਡ ਇਹ ਤੰਦੂਰ ਜਿਹਾ ਲੱਗਦਾ ਇਹ ਛਤਰਾ, ਕੱਖ ਵੀ ਨਾ ਕਰਦਾ ਪਹਾੜੀ ਇਹ ਬੱਕਰਾ। ਘਰ ਵਿੱਚ ਲਾਈ ਰੱਖੇ ਡੇਰਾ, ਹੋਰ ਕੀ ਇਹਨੂੰ ਪੀੜ ਪੈਂਦੀ ਏ। ਇਹਦੀਆਂ ਬੇਕਾਰੀਆਂ ਨੇ, ਇਹਦੀਆਂ ਬੇਕਾਰੀਆਂ ਨੇ ਕੀਤਾ ਮੈਨੂੰ ਚੱਲੀਏ। ਡੰਡਿਆਂ ਤੋਂ ਘੱਟ ਇਹਦੀ ਹੋਵੇ ਨਾ ਤਸੱਲੀਏ। ਫਾਕਿਆਂ ਦੇ ਹੱਥੋਂ ਕਮਜ਼ੋਰ ਮੈਂ ਰਹਿਨੀਆਂ, ਹੱਥ ਵੀ ਮੈਂ ਜੋੜਾਂ ਇਹਦੇ ਪੈਰੀ ਵੀ ਮੈਂ ਪੈਨੀਆਂ। ਮੰਨਦਾ ਨਾ ਮੇਰੀ ਇਹ ਬਟੇਰਾ, ਹੋਰ ਕੀ ਇਹਨੂੰ ਪੀੜ ਪੈਂਦੀ ਏ। ਲਓ ਜੀ ਐਸ ਬਹੁਤ ਸ਼ੁਕਰੀਆ, ਤੁਸੀਂ ਬੜਾ ਸੋਹਣਾ ਜਿਹੜਾ ਹੈ ਸ਼ੌਕੀ ਖਾਨ ਸਾਹਿਬ ਦਾ ਸੁਣਾਇਆ ਸਾਨੂੰ, ਤੇ ਬਹੁਤ ਸ਼ੁਕਰੀਆ ਇਮਰਾਨ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਬਾਰੇ ਜਾਣ ਕੇ, ਤੁਹਾਡਾ ਲਾਈਫ ਸਟਾਈਲ ਵੇਖ ਕੇ ਸਾਨੂੰ। ਦੇਖੋ ਮੇਰੀ ਹਾਲਤ ਇਸ ਕਦਰ ਹੈ ਕਿ ਮੈਨੂੰ ਦਮੇ ਦੀ ਸ਼ਿਕਾਇਤ ਹੈ, ਲੇਕਿਨ ਮੇਰੇ ਅੰਦਰ ਦਾ ਐਕਟਰ ਨਹੀਂ ਅੜ ਰਿਹਾ ਅਜੇ ਵੀ। ਉਹ ਅਜੇ ਵੀ ਆਵਾਮ ਨੂੰ ਪਾਉਣਾ ਚਾਹੁੰਦਾ ਕਿ ਯਾਰ ਮੈਨੂੰ ਸੁਣੋ, ਲੇਕਿਨ ਮੈਂ ਇਹ ਇਸ ਲਈ ਕਰ ਰਿਹਾ ਕਿ ਜਿਹੜੇ ਲੋਕ ਮੇਰੇ ਪਿੱਛੇ ਰੋਏ ਨੇ, ਦੁਖੀ ਹੋਏ ਨੇ, ਇਹ ਮੇਰਾ ਥੋੜ੍ਹਾ ਜਿਹਾ ਕੰਮ ਵੇਖਣ ਤੇ ਹੱਥ ਜੋੜ ਕੇ ਕਵਾਂਗਾ ਜੇ ਅੱਛਾ ਲੱਗੇ ਤੇ ਹੱਸ ਦੇਣ, ਖੁਸ਼ ਹੋ ਜਾਣ। ਮੈਂ ਹੁਣ ਹਾਸਾ ਲਿਆਣਾ ਹੈ, ਮੈਂ ਦੁਖੀ ਨਹੀਂ ਕਰਨਾ ਕਿਸੇ ਨੂੰ। अल्लाह पाक ज़िंदगी करे सारियां दी। जी नादरीन, जैसे कि आपने देखा, ये स्टेज के एक अच्छे आर्टिस्ट, एक खुश लहजा, खुश मिजाज इंसान जो कि इस टाइम इस हालत में हैं, बीमार भी हैं, और देख सकते हैं आप किस तरह से ये अपना इन्होंने आपको लाइफस्टाइल बताया कि किस तरह से इस टाइम ज़िंदगी गुजर बसर कर रहे हैं। तो वीडियो के डिस्क्रिप्शन में भी इमरान रंगीला साहब का नंबर मौजूद है, और वीडियो के टाइटल पे भी इमरान खान साहब का नंबर जो है वो चल रहा है। हमारी आवाम से अपील है कि इमरान खान साहब के लिए, यानी इमरान रंगीला साहब के लिए अच्छे की उम्मीद रखते हैं हम आवाम से। इनका नंबर है, इनको आप डायरेक्टली कांटेक्ट करें, और जो आप इनकी हेल्प करना चाहते हैं या जो इनके लिए आप बेहतरी चाहते हैं वो आप डायरेक्टली इनसे कांटेक्ट करके आप इनको दे सकते हैं। मुझे अब नाजरीन आप अपने मेज़बान शहबाज सरवर को इजाज़त दीजिएगा। आपसे मुलाकात होगी इंशाल्लाह अगली वीडियो में। अल्लाह हाफ़िज़।